ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਕਹੋ ਨਾਨਕ ਸਭ ਤੇਰੀ ਵਡਿਆਈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਦੇ ਪੁਰੀ ਪੁਰੀ ਬਸੰਤਾ ਸਾਹਿਬ-ਪੁਰਸ਼ਾ ਸ਼੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅਮੋਲਕ ਜੀਵਨ ਬਖਸ਼ਿਸ਼ ਕੀਤਾ, ਸਵਾਸ ਬਖਸ਼ੇ ਨੇ, ਤੰਦਰੁਸਤੀਆਂ ਬਖਸ਼ੀਆਂ ਨੇ। ਪ੍ਰਾਣ ਇੰਦਰੇ, ਗਿਆਨ ਇੰਦਰੇ, ਕਰਮ ਇੰਦਰੇ, ਮਤ ਬੁੱਧ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦੇ ਮਹਾਨ ਕੁੰਭ, ਸੰਗਤਾਂ ਦੇ ਦਰਸ਼ਨ ਮੇਲੇ, ਅਗਾਧ ਬੋਧ ਗੁਰਬਾਣੀ ਪੜ੍ਹਨ ਸੁਣਨ ਦੇ ਵਿਚਾਰਨ ਦੇ ਸੁਭਾਗ ਸਮੇਂ ਬਖਸ਼ੇ ਆ ਜੀ। ਜੋ ਵੀ ਸਮੂਹ ਮਾਈ ਭਾਈ ਗੁਰਸਿੱਖ ਪਿਆਰੇ ਸਮੇਂ ਦਾ ਲਾਹਾ ਲੈ ਰਹੇ ਹੋ, ਜਿਨ੍ਹਾਂ ਨੂੰ ਆਪਣੇ ਅਧਿਆਤਮਿਕ ਜੀਵਨ ਦੀ ਚਿੰਤਾ ਹੈ, ਉਹ ਸ਼ਬਦ ਦਾ ਚਿੰਤਨ ਕਰਦੇ ਨੇ। ਸਭ ਧੰਨਤਾ ਦੇ ਯੋਗ ਹੋ ਜੀ, ਜਿਨ੍ਹਾਂ ਨੂੰ ਗਿਆਨ ਹੋਇਆ। ਹਰ ਇੱਕ ਨੂੰ ਗਿਆਨ ਨਹੀਂ ਹੁੰਦਾ ਅਧਿਆਤਮਿਕ ਜੀਵਨ ਦਾ। ਹਰ ਇੱਕ ਨੂੰ ਪਤਾ ਨਹੀਂ ਆਤਮਿਕ ਸਕੂਨ ਕੀ ਹੈ। ਸਿਰਫ ਬਾਹਰ ਦੇ ਪਦਾਰਥ ਜਿਹੜੇ ਆ, ਬਾਹਰ ਦੀ ਜ਼ਿੰਦਗੀ ਜਿਹੜੀ ਆ, ਉਹਦੇ ਵਾਸਤੇ ਬੰਦਾ ਭੱਜ ਦੌੜ ਕਰਦਾ ਹੈ। ਸਰੀਰ ਤੰਦਰੁਸਤ ਰੱਖਣਾ, ਲੋੜ ਹੈ ਚੰਗੇ ਭੋਜਨ ਦੀ। ਧਿਆਨ ਨਾਲ ਸੁਣਿਓ, ਸਰੀਰ ਨੂੰ ਤੰਦਰੁਸਤ ਰੱਖਣਾ ਨਾ ਜੀ, ਚੰਗੇ ਭੋਜਨ ਦੀ ਲੋੜ ਹੈ। ਤਾਕਤਵਰ ਚੀਜ਼ਾਂ ਜਿਹੜੀਆਂ ਨੇ,
ਫਲ ਫਰੂਟ, ਘਿਓ, ਦੁੱਧ, ਹੋਰ ਬੜੀਆਂ ਵਸਤੂਆਂ ਨੇ। ਖੂਨ ਬਣਦਾ, ਜਾਨ ਬਣਦੀ ਹੈ ਸਰੀਰ 'ਚ। ਅਗਰ ਇਸੇ ਸਰੀਰ ਦੇ ਵਿੱਚ ਗਲਤ ਚੀਜ਼ਾਂ ਪਾਵਾਂਗੇ, ਨਸ਼ੇ ਲਾ ਲਓ, ਹੋਰ ਜ਼ਹਿਰੀਲੀਆਂ ਵਸਤੂਆਂ, ਉਹਦੇ ਨਾਲ ਸਰੀਰ ਨਸ਼ਟ ਹੋ ਜਾਣਾ, ਬੇਅੰਤ ਰੋਗ ਲੱਗ ਜਾਣਗੇ, ਫੁੱਟਣ ਲੱਗ ਜਾਂਦਾ ਜੀ ਸਰੀਰ ਗਲਤ ਚੀਜ਼ਾਂ ਦੇ ਸੇਵਨ ਦੇ ਨਾਲ। ਇਹ ਆ ਦੁਨਿਆਵੀ ਢਾਂਚਾ। ਇੱਕ ਅੰਦਰ ਸੁਣੋ। ਆ ਫਿਰ ਜਿਹੜਾ ਸੁਣਨਾ, ਬੋਲਣਾ, ਸੋਚਣਾ, ਵੇਖਣਾ, ਇਹਦਾ ਵੀ ਸਾਡੇ ਅੰਦਰ ਜੀਵਨ ਤੇ ਅਸਰ ਹੁੰਦਾ ਹੈ, ਬਹੁਤ ਡੂੰਘਾ। ਜਿੱਦਾਂ ਦਾ ਅਸੀਂ ਵੇਖਾਂਗੇ ਨਾ, ਜਿੱਦਾਂ ਦਾ ਵੇਖਾਂਗੇ, ਉਦਾਂ ਦਾ ਸਾਡਾ ਨਜ਼ਰੀਆ ਬਣ ਜਾਂਦਾ। ਵਿਕਾਰੀ ਨਜ਼ਰ ਅੰਦਰ ਉਹੀ ਲਹਿਰਾਂ ਚੱਲਣਗੀਆਂ। ਗੁਰਮੁਖਾਂ ਦੀ ਬਿਰਤੀ ਹੈ, ਨਾਮ ਬਾਣੀ ਵਾਲਾ ਜੀਵਨ ਹੈ, ਤਾਂ ਅੰਦਰ ਉਹ ਲਹਿਰਾਂ ਚੱਲਣਗੀਆਂ ਜੀ। ਗਲਤ ਸੁਣਾਂਗੇ, ਵਿਕਾਰ ਬਣਨੇ ਨੇ। ਚੰਗਾ ਸੁਣਾਂਗੇ, ਉਹ ਰੂਹ ਦੀ ਖੁਰਾਕ ਹੋਏਗੀ। ਬਾਣੀ, ਨਾਮ, ਪਰਮੇਸ਼ਰ ਦੀ ਬੰਦਗੀ, ਸਤਸੰਗਤ, ਸੇਵਾ ਸਿਮਰਨ ਪ੍ਰੇਮੀਓ, ਇਹ ਰੂਹ ਦੀ ਖੁਰਾਕ ਨੇ। ਇਹ ਰੂਹ ਦੀ ਖੁਰਾਕ ਕੋਈ ਗ੍ਰਹਿਣ ਕਰਦਾ ਹੈ। ਰੂਹ ਦੀ ਹਰ ਇੱਕ ਦੇ ਪੱਲੇ ਰੱਬ ਦੀਆਂ ਗੱਲਾਂ ਨਹੀਂ ਪੈਂਦੀਆਂ। ਸਿਰਫ ਅਸੀਂ ਇੱਧਰ ਉੱਧਰ ਖੜ ਕੇ ਮੋੜਾਂ ਤੇ ਗੱਲਾਂ ਕਰਨ ਜੋਗਰ ਹੀ ਹਾਂ। ਰੂਹ ਦੀ ਖੁਰਾਕ ਦਾ ਕਿਸੇ ਕਿਸੇ ਨੂੰ ਗਿਆਨ ਹੈ ਕਿ ਸੱਜਣਾ, ਇੱਕ ਦਿਨ ਰੂਹ ਦੀ ਖੁਰਾਕ ਦੀ ਗੱਲ ਹੋਏਗੀ। ਆ ਮਹਾਰਾਜ ਇਤਨੀ ਬਾਣੀ, ਇਤਨਾ ਖਜ਼ਾਨਾ ਭੰਡਾਰ ਐਵੇਂ ਨਹੀਂ ਦੇ ਗਏ। ਜੇ ਕੁਛ ਕਾਰਨ ਹੈ, ਕੁਛ ਹੈ ਵਿੱਚ ਇਹਦੇ, ਤਾਂ ਹੀ ਦੇ ਕੇ ਗਏ ਆ। ਤੇ ਫਿਰ ਅੱਗੇ ਜੋ ਵੀਰ ਭਰਾ, ਮਾਤਾਵਾਂ, ਭੈਣਾਂ ਰੂਹ ਦੀ ਖੁਰਾਕ ਵੱਲ ਤੁਰੇ ਨੇ, ਉਹਨਾਂ ਨੂੰ ਵੀ ਗਿਆਨ ਹੋ ਗਿਆ, ਪਤਾ ਲੱਗ ਗਿਆ ਕਿ ਬਾਣੀ ਦੇ ਵਿੱਚ ਹੀ ਸਭ ਕੁਛ ਹੈ। ਆ ਗੁਰੂ ਦਾ ਦੁਆਰਾ ਜਿਹੜਾ ਹੈ, ਗੁਰੂ ਦੀ ਸ਼ਰਨ ਜਿਹੜੀ ਹੈ, ਗੁਰੂ ਦਾ ਗਿਆਨ ਜਿਹੜਾ ਪ੍ਰੇਮੀਓ, ਉਹ ਇੱਕ ਵਿਕਾਰੀ ਬੰਦੇ ਨੂੰ, ਇੱਕ ਗਲਤ ਆਦਤਾਂ ਵਾਲੇ ਇਨਸਾਨ ਨੂੰ ਗੁਰੂ ਰਿਸ਼ੀ ਬਣਾ ਦਿੰਦਾ ਹੈ। ਗੁਰੂ ਜਿਹੜੇ ਅੰਦਰ ਦੇ ਔਗਣ ਨੇ ਸਾਡੇ ਧੋ ਦਿੰਦਾ ਹੈ। ਭਾਵ ਜਿੱਦਾਂ ਦਾ ਸੁਣਾਂਗੇ, ਉਦਾਂ ਦੀਆਂ ਲਹਿਰਾਂ ਸਾਡੇ ਅੰਦਰ ਚੱਲਣਗੀਆਂ, ਉੱਠਣਗੀਆਂ। ਸਾਦਗੀ 'ਚ ਜੀਵਨ ਹੈ ਤਾਂ ਅੰਦਰ ਸਾਦਗੀ ਦੀਆਂ ਲਹਿਰਾਂ ਨੇ। ਵਿਕਾਰੀ ਨਜ਼ਰਾਂ ਨੇ ਤਾਂ ਅੰਦਰ ਵਿਕਾਰਾਂ ਦੀਆਂ ਲਹਿਰਾਂ ਨੇ, ਉੱਠਦੀਆਂ ਨੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਅੱਗ ਦੀਆਂ ਨਦੀਆਂ ਵਗਦੀਆਂ ਜੀ ਅੰਦਰ ਬੰਦੇ ਦੇ। ਫਿਰ ਥੋੜੀ ਬਹੁਤੀ ਨਹੀਂ, ਅੱਗ ਨਹੀਂ, 4 ਨਦੀਆਂ ਨੇ ਅੱਗ ਦੀਆਂ ਅੰਦਰ ਵਗਦੀਆਂ ਨੇ। ਜੋ ਵਿਚਾਰ ਹੈ ਕਿ ਸਕੂਨ ਦੇ ਵਿੱਚ ਜੀਵਨ ਜਿਉਣਾ ਕਿਸੇ ਕਿਸੇ ਨੂੰ ਆਉਂਦਾ ਹੈ, ਸ਼ਾਂਤੀ। ਆਪਣੀ ਯਾਤਰਾ ਨੂੰ ਲੇਖੇ ਲਾਉਣਾ ਕਿਸੇ ਕਿਸੇ ਨੂੰ ਹੁੰਦਾ ਹੈ। ਸਿੱਖੀ ਹੈ ਭਾਈ, ਕੋਈ ਪਤਾ ਨਹੀਂ ਕਦੋਂ ਬੰਦਾ ਅੱਖਾਂ ਮੀਚ ਜੇ।
ਕਦੋਂ ਅੱਖਾਂ ਬੰਦ ਹੋ ਜਾਣ, ਕੋਈ ਭਰੋਸਾ ਨਹੀਂ। ਸੁਖ ਦਾਤਾ ਗੁਰ ਸੇਵੀਐ, ਸਭ ਅਵਗਣ ਕੱਢੈ ਧੋਏ। ਸੁੱਖਾਂ ਦੇ ਦਾਤੇ ਸਤਿਗੁਰੂ ਨੂੰ ਜਦੋਂ ਬੰਦਾ ਸਿਮਰਦਾ ਹੈ, ਉਹਦੀ ਬਾਣੀ ਵਿਚਾਰਦਾ ਹੈ, ਤਾਂ ਸਭ ਅਵਗਣ ਕੱਢੈ ਧੋਏ। ਅੰਦਰ ਦੇ ਅਵਗਣ ਜਿਹੜੇ ਨੇ, ਮਾੜੀਆਂ ਵਿਰਤੀਆਂ, ਖਿਆਲਾਤ ਜਿਹੜੇ ਵੀ ਆ, ਗੁਰੂ ਧੋ ਦਿੰਦਾ ਜੀ, ਅੰਦਰੋਂ ਕੱਢ ਦਿੰਦਾ। ਜਿਵੇਂ ਕੱਲ ਆਪਾਂ ਵਾਲਮੀਕ ਰਿਸ਼ੀ ਦੀ ਵਿਚਾਰ ਕੀਤੀ ਸੀ। ਗੁਨਾਹਾਂ ਭਰਿਆ ਜੀਵਨ ਸੀ, ਪਹਿਲਾਂ ਧਾੜਵੀ ਸੀ, ਧਾੜਾ ਮਾਰਦਾ ਸੀਗਾ, ਆਉਂਦੇ ਜਾਂਦੇ ਰਾਂਝਾਂ ਨੂੰ ਲੁੱਟਦਾ ਸੀ। ਸਾਧੂਆਂ ਦਾ ਸੰਗ ਹੋਇਆ, ਮਰਾਂ ਮਰਾਂ ਦਾ ਜਾਪ ਸ਼ੁਰੂ ਹੋ ਗਿਆ। ਮਰਾਂ 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 ਤੋਂ ਰਾਮ ਰਾਮ ਬਣ ਗਿਆ ਜੀ। ਇਹ ਗੁਰੂ ਦੇ ਗਿਆਨ ਵਿੱਚ ਤਾਕਤ ਹੈ। ਤੇ ਤਾਂ ਹੀ ਮਹਾਰਾਜ ਕਹਿੰਦੇ ਆ ਜੀ, ਸੇਵਾ ਮੰਗੈ ਸੇਵ ਕੋ, ਲਾਈਆਂ ਆਪਣੀ ਸੇਵ। ਸਤਿਗੁਰ ਦੇ ਦਰ ਤੇ ਆ ਕੇ ਆਓ, ਬੇਨਤੀਆਂ ਕਰੋ, ਸਤਿਗੁਰੂ ਜੀ ਅਸੀਂ ਦਾਸ ਹੋ ਕੇ ਤੁਹਾਡੇ ਦਰ ਤੇ ਸੇਵਾ ਦੀ ਦਾਤ ਮੰਗਦੇ ਹਾਂ। ਸੇਵਾ ਦੀ ਦਾਤ, ਜਿਵੇਂ ਤੁਸੀਂ ਹੋਰਨਾਂ ਨੂੰ ਭਗਤੀ ਵਿੱਚ ਲਾਇਆ ਨਾ, ਸਾਨੂੰ ਵੀ ਲਾਓ। ਫਿਰ ਸਾਧੂ ਸੰਗ ਮਸਕਤੇ, ਤੁਠੈ ਪਾਵਾ ਦੇਵ। ਫਿਰ ਕਹਿੰਦੇ ਸਤਿਗੁਰਾਂ ਦੀ ਕਿਰਪਾ ਦਾ ਸਦਕਾ, ਸੰਤਾਂ ਦੀ ਸੰਗਤ ਕਰਕੇ ਸੇਵਾ, ਮਿਹਨਤ, ਟਹਿਲ ਕਰੀਦੀ ਹੈ। ਭਾਵ ਘਾਲਣਾ ਜਿਹੜੀ ਆ, ਉਹ ਕਮਾਈ ਦੀ ਆ। ਤੇ ਤਾਂ ਹੀ ਮਹਾਰਾਜ ਕਹਿੰਦੇ ਆ ਜੀ, ਸਭ ਕੁਛ ਬਸਗਤ ਸਾਹਿਬ ਹੈ, ਆਪੇ ਕਰਨ ਕਰੇਵ। ਸਭ ਕੁਛ ਉਹਦੇ ਹੱਥ ਹੈ, ਉਹਦੇ ਵਸ ਵਿੱਚ ਹੈ, ਜਿਹੜਾ ਸਭ ਦਾ ਕਰਨਹਾਰ ਦਾਤਾ ਹੈ। ਸਤਿਗੁਰ ਕੈ ਬਲਿਹਾਰਣੈ, ਮਨਸਾ ਸਭ ਪੁਰੇਵ। ਫਿਰ ਐਸੇ ਗੁਰੂ ਤੋਂ ਕੁਰਬਾਨ ਜਾਈਏ, ਬਲਿਹਾਰੇ ਜਾਈਏ, ਜਿਹੜਾ ਇਤਨੀ ਵੱਡੀ ਸਮਰੱਥਾ ਤਾਕਤ ਰੱਖਦਾ ਹੈ। ਅਗਲੇ ਬਚਨ ਮਹਾਰਾਜੇ ਪਾਤਸ਼ਾਹ ਸਮਝਾਉਂਦੇ ਆ, ਇੱਕੋ ਦਿਸੈ ਸਜਣੋ, ਇੱਕੋ ਭਾਈ ਮੀਤ। ਕਹਿੰਦੇ ਸਾਨੂੰ ਤਾਂ ਹੁਣ ਸਾਰਿਆਂ 'ਚ ਇੱਕੋ ਹੀ ਸੱਜਣ ਪਿਆਰਾ ਵਾਹਿਗੁਰੂ ਹੀ ਦਿਖਦਾ ਹੈ। ਇਹ ਇੱਕ ਅਵਸਥਾ ਜੀ, ਇੱਕ ਘਾਟੀ ਹੈ ਨਾਮ ਜਪਣ ਵਾਲਿਆਂ ਦੀ। ਦੇਖੋ ਰੱਬ ਗੁਰੂ ਹਰ ਥਾਂ ਵਸਦਾ ਹੈ, ਹਰ ਇੱਕ ਸ਼ੈ ਵਿੱਚ ਉਹਦਾ ਵਸ ਹੈ। ਕੋਈ ਖਾਸ ਜਗ੍ਹਾ, ਖਾਸ ਥਾਂ ਉਹਨੇ ਮੁਕਰਰ ਨਹੀਂ ਕੀਤੀ ਹੋਈ ਕਿ ਰੱਬ ਇੱਥੇ ਹੀ ਰਹਿੰਦਾ ਹੈ, ਗੁਰੂ ਇੱਥੇ ਹੀ ਰਹਿੰਦਾ ਹੈ। ਹਰ ਥਾਂ ਹੈ, ਉਹ ਹਰ ਜਗ੍ਹਾ ਹੈ। ਬਸ ਇਹ ਬਿਰਤੀ ਬਣਨੀ ਔਖੀ ਆ ਕਿ ਉਹ ਗਿਆਨ ਹੋਣ ਵਾਲੀ ਬਿਰਤੀ ਜਿਹੜੀ ਹੈ ਬਣ ਜਾਏ। ਹਰ ਇੱਕ ਸ਼ੈ, ਹਰ ਇੱਕ ਚੀਜ਼, ਹਰ ਇੱਕ ਜੀਵ ਦੇ ਵਿੱਚ ਰੱਬ ਵਸਦਾ, ਗੁਰੂ ਵਸਦਾ ਸਮਝ ਆ ਜਾਏ। ਚੰਗਾ ਮਾੜਾ ਸਾਡੇ ਖਿਆਲਾਤ ਜਿਹੜੇ ਸਾਡੇ ਅੰਦਰ ਆਉਂਦੇ ਆ, ਇਹ ਆਉਣੋਂ ਹਟ ਜਾਣ। ਬਾਣੀ ਸਮਝਾਉਂਦੀ ਹੈ ਕਿ ਬੰਦਿਆ, ਦੁਨੀਆ ਜਿਹੜੀ ਤੈਨੂੰ ਮਾੜੀ ਲੱਗਦੀ ਹੈ ਨਾ, ਸੰਸਾਰ, ਅਸੀਂ ਕੌੜੀਆਂ ਨਜ਼ਰਾਂ ਨਾਲ ਵੇਖਦੇ ਆ, ਨਫ਼ਰਤ ਦੀ ਨਿਗਾਹ ਨਾਲ ਵੇਖਦੇ ਆ। ਅਸਲ ਦੇ ਵਿੱਚ ਇਹੋ ਵਿਸ ਸੰਸਾਰ ਤੁਮ ਦੇਖਦੇ, ਵਿਸ ਕਹੀਏ ਜ਼ਹਿਰ, ਕੌੜੀ ਕੁੜੱਤਣ। ਬੰਦਿਆ, ਆ ਦੁਨੀਆ ਜਿਹੜੀ ਤੈਨੂੰ ਜ਼ਹਿਰ ਲੱਗਦੀ ਆ ਨਾ, ਕੌੜੀ ਲੱਗਦੀ ਆ, ਮਾੜੀ ਲੱਗਦੀ ਆ, ਦਵੈਸ਼ ਹੈ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਭਾਈ ਆ ਸਾਰਾ ਸੰਸਾਰ ਹੀ ਰੱਬ ਦਾ ਰੂਪ ਆ। ਇੱਕੋ ਦਿਸੈ ਸੱਜਣੋ,
ਬਿਰਤੀ ਬਣ ਜਾਣੀ ਆ। ਫਿਰ ਸਭ ਦੇ ਵਿੱਚ ਇੱਕੋ ਹੀ ਪਰਮੇਸ਼ਰ ਪਰਮਾਤਮਾ ਦਿਖਣਾ ਸ਼ੁਰੂ ਹੋ ਜਾਂਦਾ ਹੈ। ਬਿਰਤੀ ਇੱਕੋ ਜੀ ਬਣ ਜਾਂਦੀ ਹੈ ਜੀ। ਹਰ ਇੱਕ ਦਾ ਬੰਦਾ ਭਲਾ ਲੋਚੇਗਾ। ਫਿਰ ਇਹੀ ਨਹੀਂ ਹੋਏਗਾ ਕਿ ਮੈਂ ਆਪਣਾ ਆਪਣਾ ਭਲਾ ਚਾਹਾਂ, ਆਪਣੇ ਆਪਣੇ ਪਰਿਵਾਰ ਦੇ ਵਿੱਚ ਸੁਖੀ ਰਵਾਂ, ਆਪਣਾ ਆਪਣਾ ਪਰਿਵਾਰ ਚੰਗਾ ਰਵੇ, ਦੂਜੇ ਤੋਂ ਆਪਾਂ ਕੁਛ ਨਹੀਂ ਲੈਣਾ, ਦੂਜਾ ਮਰੇ ਖਪੇ, ਜੋ ਮਰਜ਼ੀ ਹੋਵੇ ਨਾ ਹੋਵੇ, ਆਪਾਂ ਨੂੰ ਕੀ। ਆਹ ਬਿਰਤੀ ਖਤਮ ਹੋ ਜਾਂਦੀ ਹੈ ਜੀ। ਉਹ ਕਹਿੰਦੇ ਆ ਜਿਹੜੀ ਦੁਨੀਆ ਮਾੜੀ, ਜ਼ਹਿਰ, ਕੌੜੀ ਲੱਗਦੀ ਆ ਨਾ ਭਾਈ, ਇਹ ਸਾਰੀ ਰੱਬ ਦਾ ਰੂਪ ਹੈ। ਇਹ ਬਿਰਤੀ ਬਣੇਗੀ ਜਦੋਂ ਉਹਦੀ ਕਿਰਪਾ ਹੋਗੀ। ਇੱਕੋ ਦਿਸੈ ਸੱਜਣੋ, ਇੱਕੋ ਹੀ ਸੱਜਣ ਪਰਮਾਤਮਾ ਦਿਖਣਾ ਸ਼ੁਰੂ ਹੋ ਜਾਂਦਾ ਸਭ ਦੇ ਵਿੱਚ। ਇਹ ਸਾਰਾ ਸੰਸਾਰ ਰੱਬ ਦਾ ਰੂਪ ਹੈ। ਇੱਕੋ ਭਾਈ ਮੀਤ, ਤੇ ਪਰਲੋਕ ਦੇ ਵਿੱਚ ਉਹ ਇੱਕੋ ਪ੍ਰਮਾਤਮਾ ਹੀ ਸਾਡਾ ਭਰਾਤਾ, ਮੀਤ, ਮਿੱਤਰ ਹੈ। ਆਲੇ ਦੁਆਲੇ ਰੱਬ ਹੀ ਦਿਖੇਗਾ। ਕਹਿੰਦੇ ਆ ਧੰਨੇ ਨੇ ਪੱਥਰ ਚੋਂ ਰੱਬ ਪ੍ਰਗਟ ਕਰ ਲਿਆ। ਪੱਥਰ ਦੇ ਵਿੱਚ ਰੱਬ ਦਾ ਬੈਡਰੂਮ ਨਹੀਂ ਬਣਿਆ ਹੋਇਆ, ਕੋਈ ਕਮਰਾ, ਕੋਈ ਉਹਨੇ ਬੈਠਕ ਬਣਾਈ ਵੀ ਆ, ਕੋਈ ਬੈੱਡ ਲਾਇਆ ਹੋਇਆ ਉਹਨੇ ਆਪਣੇ ਸੌਣ ਵਾਸਤੇ, ਰਹਿਣ ਵਾਸਤੇ, ਬਹਿਣ ਵਾਸਤੇ। ਉਹ ਇੱਕ ਅਵਸਥਾ ਹੈ ਜੀ, ਇੱਕ ਅਵਸਥਾ ਹੈ। ਤੁਰਦਿਆਂ ਤੁਰਦਿਆਂ ਐਸੀ ਵਿਰਤੀ ਭਾਵਨਾ ਬਣ ਜਾਣੀ ਆ, ਹਰ ਇੱਕ ਸ਼ੈ, ਹਰ ਇੱਕ ਵਸਤੂ ਵਿੱਚੋਂ ਰੱਬ ਦਿਖਣ ਲੱਗ ਜਾਏਗਾ। ਹੁਣ ਉਹ ਵਿਰਤੀ ਅਸੀਂ 1 ਸਕਿੰਟ, 1 ਮਿੰਟ ਦੇ ਵਿੱਚ ਬਣਾ ਲਈਏ, ਜਾਂ ਫਿਰ ਕਈ ਸਾਲ ਏਦਾਂ ਹੀ ਲੰਘ ਜਾਣ ਭਟਕਦਿਆਂ ਨੂੰ। ਮਹਾਰਾਜ ਕਹਿੰਦੇ ਆ ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੁੱਟੈ। ਬੰਦਾ ਸਿਰਫ ਕਰਮ ਧਰਮਾਂ ਤੇ ਜ਼ੋਰ ਦਿੰਦਾ ਹੈ, ਮੈਂ ਆਹ ਕਰ ਲਾ, ਮੈਂ ਉਹ ਕਰ ਲਾ। ਇਹ ਸਾਧਨ ਨੇ, ਮੰਜ਼ਿਲ ਨਹੀਂ। ਇਹ ਸਾਧਨ ਨੇ, ਮੰਜ਼ਿਲ ਨਹੀਂ। ਆ ਬਾਣੀ ਪੜ੍ਹਨੀ ਸਾਧਨਾ, ਕਥਾ ਕਰਨੀ ਸਾਧਨਾ, ਲੰਗਰ ਲਾਉਣੇ, ਦੇਗਾਂ ਕਰਾਉਣੀਆਂ, ਰਮਾਲੇ ਦੇਣੇ ਸਾਧਨ ਨੇ, ਮੰਜ਼ਿਲ ਨਹੀਂ। ਮੰਜ਼ਿਲ ਕੁਛ ਹੋਰ ਹੈ। ਇੱਕ ਸਾਧਨ ਸਮਝ ਕੇ ਕਰਨਾ, ਕਰਮ ਧਰਮ ਸਮਝ ਕੇ ਕਰਨਾ ਸਾਧਨਾ, ਤੇ ਸਾਧਨਾ ਦੇ ਤੌਰ ਤੇ ਕਰਨਾ ਭਜਨ ਰੱਬ ਦਾ। ਇੱਧਰ ਉੱਧਰ ਦੀਆਂ ਦਵੈਸ਼ੀਣਤਾ ਛੱਡ ਕੇ, ਉਹ ਛੱਡ ਕਰਕੇ ਜਦੋਂ ਬੰਦਾ ਤੁਰੇਗਾ ਨਾ ਪ੍ਰੇਮ 'ਚ, ਤਾਂ ਬੰਦਗੀ ਸ਼ੁਰੂ ਹੋ ਜਾਣੀ ਹੈ। ਇਹ ਨਾ ਹੋਵੇ ਸਾਧਨ ਲੱਖਾਂ ਕਰੀ ਜਾਈਏ, ਮੰਜ਼ਿਲ ਆਵੇ ਨਾ। ਸਾਧਨ ਵੀ ਕਰੀਏ, ਮੰਜ਼ਿਲ ਵੀ ਆਵੇ। ਆ ਜਿੰਨੇ ਵੀ ਕਰਮ ਧਰਮ ਜੇ ਬੰਦਾ ਕਰਦਾ, ਜਿਹੜੇ ਦਿਖਦੇ ਆ ਜੀ, ਆ ਬਾਣੀ ਪੜ੍ਹਨੀ, ਕਥਾ ਕਰਨੀ, ਕਥਾ ਕੀਰਤਨ ਵਿਚਾਰਾਂ, ਇਹ ਤਾਂ ਦਿਖਦੀਆਂ ਨੇ ਲੋਕਾਂ ਨੂੰ। ਅਸਲ ਦੇ ਵਿੱਚ ਅੰਦਰ ਕੀ ਹੈ, ਭਾਵਨਾ ਕੀ ਹੈ, ਗੱਲ ਉਹਦੀ ਹੈ ਸਾਰੀ। ਤਿਨ ਜਮ ਜਾਗਾਤੀ ਲੂਟੈ, ਉਹ ਤਾਂ ਰਸਤੇ ਵਿੱਚ ਜਮਾ ਨਹੀਂ ਲੁੱਟ ਲੈਣਾ ਸਭ ਕੁਛ। ਆ ਸਾਧਨ ਜੇ ਜਿਹੜੇ ਨੇ, ਫਿਰ ਕਰੀਏ ਕੀ? ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇੱਕ ਨਿਮਖ ਭਲ ਹੀ, ਨਿਮਖ ਵਾਸਤੇ। ਹੁਣ ਧੰਨੇ ਨੇ ਕੋਈ ਜ਼ਿਆਦਾ ਕਠਨ ਤਪੱਸਿਆ ਨਹੀਂ ਉਹਨੇ ਕੀਤੀ, ਬਸ ਬਿਰਤੀ ਬਣ ਗਈ ਇੱਕ ਨਿਮਖ ਦੇ ਵਿੱਚ ਹੀ। ਅਸੀਂ ਵੀ ਉਹ ਨਿਮਖ ਬਣਾਉਣਾ, ਹੁਣ ਬਣਾ ਲਈਏ, ਸਾਲ 6 ਮਹੀਨਿਆਂ ਨੂੰ ਬਣਾ ਲਈਏ, ਕਈ ਸਾਲ ਵੀ ਲੰਘ ਸਕਦੇ ਆ। ਕਈ ਵਾਰ ਉਹ ਨਿਮਖ ਬਣਾਉਣ ਵਾਸਤੇ ਬੰਦੇ ਨੂੰ ਕਈ ਜਨਮ ਵੀ ਲੈਣੇ ਪੈ ਸਕਦੇ ਆ ਜੀ। ਕਈ ਵਾਰ ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਐਵੇਂ। ਜੋ ਚੰਚਲਤਾਈ ਆ ਨਾ ਅੰਦਰ ਦੀ, ਚੰਚਲ ਮੱਤ ਜਿਹੜੀ ਆ, ਝੂਠਾ ਫਰੇਬੀ ਮਨ ਸਾਡਾ ਸਮਝਦਾ ਨਹੀਂ।
ਕਈ ਬੰਦੇ ਦਿਨਾਂ 'ਚ ਕਿਰਪਾ ਕਰਾ ਜਾਂਦੇ ਆ, ਦਿਨਾਂ 'ਚ ਉਹਨਾਂ ਨੇ ਅੰਦਰੋਂ ਜੁੜ ਲਿਆ ਜੀ ਨਿਮਕ ਭਰ ਦੇ ਲਈ। ਉਹ ਨਿਮਕ ਪਲ ਵਾਸਤੇ ਹੀ ਜੁੜ ਗਏ, ਮੁੜ ਕੇ ਨਹੀਂ ਫਿਰ ਟੁੱਟੇ। ਉਹ ਬਿਰਤੀ ਬਣਾਉਣੀ ਆ ਬਸ, ਚੰਚਲ ਮਤ ਛੱਡਣੀ ਆ। ਮਨ ਚੰਚਲ ਹੈ ਨਾ, ਦੌੜਦਾ ਭੱਜਦਾ ਖੜਦਾ ਨਹੀਂ, ਫਿਰ ਉਹਨੇ ਨਹੀਂ ਆਉਣਾ। ਜਿੰਨਾ ਜਿੰਨਾ ਅਸੀਂ ਉਹਦੇ ਨੇੜੇ ਆਵਾਂਗੇ ਨਾ ਜੀ ਪ੍ਰੇਮ ਨਾਲ, ਦਵੈਸ਼ ਭਾਵਨਾ ਛੱਡ ਕੇ, ਉਤਨੀ ਰੱਬ ਸਾਡੇ ਨੇੜੇ ਆਉਂਦਾ ਜਾਏਗਾ। ਅਗਰ ਦਵੈਸ਼ ਵੀ ਰੱਖੀ ਗਏ, ਰੱਬ ਓਨੀ ਦੂਰ ਹੁੰਦਾ ਜਾਊਗਾ, ਨੇੜੇ ਨਹੀਂ ਆਉਣਾ ਉਹਨੇ। ਇੱਕ ਨਿਮਕ ਭਰ ਹੀ ਬਿਰਤੀ ਬਣ ਗਈ, ਬੰਦੇ ਨੇ ਛੁੱਟ ਜਾਣਾ ਜਮਾਂ ਦੀ ਫਾਈ ਤੋਂ। ਉਹ ਪਰਲੋਕ ਦੇ ਵਿੱਚ ਕੀ ਪ੍ਰਮਾਤਮਾ ਸਾਡਾ ਭਾਈ ਹੈ, ਇੱਕੋ ਮਿੱਤਰ ਹੈ। ਫਿਰ ਇਹ ਧਿਆਨ ਜਿਹੜਾ ਨਾ, ਗਿਆਨ ਜਿਹੜਾ, ਇਹ ਵਿਰਤੀ ਜਿਹੜੀ ਹੈ, ਕੋਈ ਜਾਣੈ ਕਵਨ ਇਹਾਂ ਜਗ ਮੀਤ। ਕੋਈ ਕੋਈ ਬੁਝਦਾ, ਕੋਈ ਵਿਰਲਾ ਸੱਜਣ ਹੀ ਬੁਝਦਾ ਕਿ ਅਸਲੀ ਮਿੱਤਰ ਕੌਣ ਹੈ। ਇਹ ਗਿਆਨ ਜਿਹੜਾ ਪ੍ਰੇਮੀਓ, ਇਹ ਕਿਸੇ ਕਿਸੇ ਨੂੰ ਹੁੰਦਾ ਹੈ, ਹਰ ਇੱਕ ਦੇ ਪੱਲੇ ਨਹੀਂ ਪੈਂਦੀਆਂ ਗੁਰੂ ਦੀਆਂ ਗੱਲਾਂ, ਉੱਪਰ ਦੇ ਲੰਘਦੀਆਂ ਨੇ। ਤਾਂ ਹੀ ਉਹਨੂੰ ਵੇਖਦੇ ਆ ਆਪਾਂ, ਜਿੱਥੇ ਨਰਕਾਂ ਦੇ ਦਰਵਾਜ਼ੇ ਖੁੱਲ੍ਹਦੇ ਆ ਨਾ, ਨਰਕਾਂ ਦੇ, ਉੱਥੇ ਬੰਦਾ ਪੈਸੇ ਦੇ ਦੇ ਕੇ ਟਿਕਟਾਂ ਖਰੀਦਦਾ ਹੈ, ਹਜ਼ਾਰਾਂ ਦਾ ਲੱਖਾਂ ਦਾ ਖਰਚਾ ਕਰਦਾ ਪੱਬਾਂ ਕਲੱਬਾਂ ਵਿੱਚ ਜਾ ਜਾ ਕਰਕੇ। ਨਰਕਾਂ ਦੇ ਦਰਵਾਜ਼ੇ ਨੇ, ਬੇਕਾਰ ਵਿਕਦੇ ਆ। ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ, ਬਾਣੀ ਕਹਿ ਰਹੀ ਆ ਸਭ ਕੁਛ, ਕੋਲੋਂ ਲਾ ਕੇ ਉਹਨੂੰ ਮੈਂ ਕਹਿ ਰਿਹਾ। ਤੇ ਜਿੱਥੇ ਸੱਚਖੰਡ ਦੇ ਦਰਵਾਜ਼ੇ ਨੇ, ਜਿੱਥੇ ਸੱਚਖੰਡ ਦੇ ਦਰਵਾਜ਼ੇ ਆ ਪ੍ਰੇਮੀਓ, ਉੱਥੇ ਗਿਣਤੀ ਦੇ ਆਉਂਦੇ ਨੇ। ਸੱਚਖੰਡ ਹੈ ਕਿੱਥੇ ਫਿਰ, ਕਿਹੜੀ ਜਗ੍ਹਾ, ਕਿਉਂ ਜਾ ਸੱਚਖੰਡ ਜੀ? ਬਾਣੀ ਪੜੋ, ਅਰਥਾਂ ਨਾਲ ਜੁੜੋ। ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਆ ਸਤ ਸੰਗਤ ਕਰਨੀ ਜਿਹੜੀ ਹੈ ਨਾ ਜੀ, ਇਹੀ ਸੱਚਖੰਡ ਹੈ। ਆਖੋ ਸਤਨਾਮ। ਗੱਲ ਤਾਂ ਦੁੱਖ ਦੀ ਆਹੀ ਆ ਨਾ ਕਿ ਬੰਦੇ ਨੂੰ ਸਮਝ ਨਹੀਂ ਆਉਂਦੀ। ਗੁਰੂ ਦੀ ਬਾਣੀ ਸੁਣਨੀ ਸੱਚਖੰਡ ਹੈ, ਆ ਕੇ ਬਹਿ ਜਾਣਾ, ਬਚਨ ਸੁਣ ਲੈਣੇ ਸੱਚਖੰਡ ਹੈ। ਪਰ ਅਸੀਂ ਬਹਿੰਦੇ ਨਹੀਂ, ਭੋਗ ਪੈਂਦੇ ਆ। ਬੰਦਾ ਟਾਈਮ ਤੇ ਵੀ ਹਾਂ ਹੁਣ ਅਰਦਾਸ ਹੋ ਗਈ, ਹੁਕਮਨਾਮਾ ਹੋ ਰਿਹਾ, ਹੁਣ ਚੱਲਦੇ ਆ। ਬਾਕੀ ਫਿਰ ਬਾਹਰ ਖੜੇ ਬੈਠੇ ਗੱਲਾਂ ਚੱਲਦੀਆਂ ਨੇ। ਉਹ ਸੱਜਣੋ ਕਿਉਂ ਭੋਲੇ ਬਣਦੇ ਹੋ? 5-10 ਮਿੰਟ ਬਹਿ ਜਾਇਆ ਕਰੋ ਜਾ ਕੇ ਮਹਾਰਾਜ ਦੇ ਚਰਨਾਂ 'ਚ, ਜਿੱਥੋਂ ਸਾਡੀ ਸਤਸੰਗੀ, ਸਤਖੰਡੀ, ਸੱਚਖੰਡੀ ਅਵਸਥਾ ਬਣਦੀ। ਕਬੀਰ ਸਾਹਿਬ ਜੀ ਕਹਿੰਦੇ, ਕਿਉਂ ਨਹੀਂ ਕਹਿੰਦੇ ਕਿ ਆ ਸਤ ਸੰਗਤ ਹੀ ਸੱਚਖੰਡ ਹੈ। ਸਾਧ ਸੰਗਤ ਬੈਕੁੰਠੇ ਆਏ, ਆ ਸਤ ਸੰਗਤ ਦੁਆਰਾ ਹੀ ਵੈਕੁੰਠ ਕਹੀਏ ਸੱਚਖੰਡ ਬਣਦਾ। ਹੁਣ ਜਿਹੜਾ ਬੰਦਾ ਇੱਥੇ ਹੀ ਨਹੀਂ ਵਿਆਹ ਆ ਕੇ, ਕੀ ਉਹਦਾ ਤੁਰੀਆ ਪਦ ਬਣਨਾ ਹੈ? ਕੀ ਸੱਚਖੰਡੀ ਅਵਸਥਾ ਬਣੂਗੀ? ਆ ਸੱਚਖੰਡੀ ਦਰਬਾਰ ਹੈ ਮਹਾਰਾਜ ਦਾ, ਜਿੱਥੇ ਰੱਬ ਦੀਆਂ ਗੱਲਾਂ, ਸੱਚਖੰਡ ਦੀ ਵਿਚਾਰ ਹੋ ਰਹੀ ਹੈ ਸਾਰੀ। ਇੱਥੇ ਬਹੁਤ ਹੀ ਕੀਮਤੀ ਇਹ ਵਿਚਾਰਾਂ ਨੇ। ਬਾਣੀ ਕਹਿੰਦੀ ਹੈ ਜੀ, ਸਭ ਤੇ ਉੱਤਮ ਹਰਿ ਕੀ ਕਥਾ। ਸਭ ਤੋਂ ਉੱਤਮ ਜੇ ਕੁਛ ਹੈ ਨਾ ਜੀ, ਹਰੀ ਦੀ ਕਥਾ, ਰੱਬ ਦੇ ਰਾਹ ਦੀਆਂ ਵਿਚਾਰਾਂ ਨੇ, ਜਿਹੜੀਆਂ ਕਲਯੁਗੀ ਬੰਦਾ ਸੁਣਨਾ ਨਹੀਂ ਚਾਹੁੰਦਾ। ਕੋਈ ਕੋਈ ਬੁੱਝਦਾ ਕਿ ਅਸਲੀ ਮਿੱਤਰ ਸੱਜਣ ਕੌਣ ਆ ਸੰਸਾਰ 'ਚ। ਫਿਰ ਜਿਸ ਹੋਏ ਕਿਰਪਾਲ ਸੂਈ ਵਿਦ ਬੂਝੈ, ਤਾਂ ਕੀ ਨਿਰਮਲ ਰੀਤ। ਜੀ ਤੇ ਉਹ ਕਿਰਪਾ ਕਰਦਾ ਪ੍ਰੇਮੀਓ, ਉਸੇ ਨੂੰ ਸਮਝ ਆਉਂਦੀ ਆ ਕਿ ਅਸਲੀ ਮਿੱਤਰ ਸੱਜਣ ਕੌਣ ਹੈ। ਹਮਰੋ ਕਰਤਾ
ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤੋ ਬਿਨ ਸਜਾਹੇ। ਬੋਲੋ ਬਿਨ ਸਜਾਹੇ, ਬੋਲ ਪਿਆ ਕਰੋ ਜਿਹੜਾ ਸ਼ਬਦ ਚੇਤੇ ਹੁੰਦਾ ਹੈ। ਆਹੀ ਗਾਉਣਾ ਸੁਣਨਾ ਸਾਡਾ ਨਾਲ ਜਾਊ। ਆ ਵਿਆਹਾਂ 'ਚ ਤਾਂ ਬੜੇ ਨਾਲ ਨਾਲ ਬੰਦਾ ਨੱਚਦਾ ਨਾਲੇ ਗੀਤ ਗਾਉਂਦਾ। ਆ ਗੁਰੂ ਦੀਆਂ ਗੱਲਾਂ ਜਿਨ੍ਹਾਂ ਨੇ ਸਾਡਾ ਬੇੜਾ ਪਾਰ ਲੰਘਾਉਣਾ, ਉਹਨੂੰ ਕੋਈ ਜਪਦੇ ਹੀ ਨਹੀਂ। ਪ੍ਰੇਮੀਓ, ਐਵੇਂ ਭੁਲੇਖਿਆਂ 'ਚ ਨਾ ਪਈਏ। ਇੱਕ ਰੱਬ ਹੀ ਸਾਡਾ ਸਨੇਹੀ ਹੈ। ਚਲੋ ਰਿਸ਼ਤੇ ਨਿਭਾਉਣੇ ਜ਼ਰੂਰੀ ਹੈ, ਖੁਸ਼ੀਆਂ ਮਨਾਉਣੀਆਂ ਠੀਕ ਹੈ, ਪਰ ਅਸਲੀ ਸੱਜਣ ਮਿੱਤਰ ਜਿਹੜਾ ਨਾ ਜੀ, ਉਹ ਰੱਬ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਸਭ ਕੁਛ ਉਹੀ ਹੈ ਜੀ। ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕੇਹਾ ਕਾੜਾ ਜੀ। ਰਾਖਾ ਸਭਨੀ ਥਾਈ ਇੱਕ ਪਰਮੇਸ਼ਰ, ਇੱਕ ਗੁਰੂ ਹੈ। ਫਿਰ ਇਹ ਬਿਰਤੀ, ਭਾਵਨਾ, ਖਿਆਲਾਤ, ਗਿਆਨ ਕਿਸੇ ਕਿਸੇ ਨੂੰ ਸਮਝ ਆਉਂਦਾ ਹੈ। ਤੇ ਮਹਾਰਾਜ ਕਹਿੰਦੇ ਆ ਜੀ, ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤ। ਕਹਿੰਦੇ ਇੱਕੋ ਪ੍ਰਮਾਤਮਾ ਦੀ ਹੀ ਸਾਰੀ ਆ ਸਮੱਗਰੀ ਕਹੀਏ ਪਦਾਰਥ ਵਿਭੂਤੀ ਹੈ। ਭਾਵ ਇਹ ਸਰੀਰ, ਸਵਾਸ, ਗੁਣ, ਸੰਬੰਧੀ ਤੇ ਦੌਲਤ, ਪਦਾਰਥ ਸਭ ਕੁਛ ਜਿਹੜਾ ਹੈ ਉਸੇ ਮਾਲਕ ਦਾ ਦਿੱਤਾ ਹੋਇਆ ਜੀ। ਅਤੇ ਸਾਰੀ ਸ੍ਰਿਸ਼ਟੀ ਦੀ ਰੀਤ ਕਹੀਏ ਮਰਿਆਦਾ ਇੱਕ ਦੀ ਹੀ ਬਣਾਈ ਹੋਈ ਹੈ। ਭਾਵ ਸੰਸਾਰ ਉਹਦੀ ਮਰਿਆਦਾ ਵਿੱਚ ਹੀ ਚੱਲਦਾ ਹੈ। ਸੂਰਜ ਦਾ ਸਮੇਂ ਨਾਲ ਉਹਦੇ ਤੇ ਅਸਤ ਹੋਣਾ, ਚੰਦਰਮਾ ਦਾ 16 ਕਲਾਂ 'ਚ ਵਿਚਰਨਾ, ਸਮੁੰਦਰ 'ਚ ਛੋਟੇ ਵੱਡੇ ਜਵਾਰ ਭਾਟਿਆਂ ਦਾ ਨਿਸ਼ਚਿਤ ਦਿਨਾਂ ਤੇ ਸਮੇਂ ਅਨੁਸਾਰ ਆਉਣਾ, ਹਵਾ ਪਾਣੀ ਦੀ ਵਿਵਸਥਾ ਹੋਣੀ, ਬ੍ਰਹਿਮੰਡ ਵਿੱਚ ਗ੍ਰਹਿ ਨਛੱਤਰਾਂ ਦਾ ਤੁਰੇ ਫਿਰਨਾ, ਹੋਰ ਬੜਾ ਕੁਛ ਹੈ। ਇਹ ਕੁਦਰਤ ਜਿੰਨੀ ਵੀ ਆ, ਇਹ ਸਭ ਕੁਛ ਉਹ ਮਾਲਕ ਦੀ ਹੀ ਮਰਿਆਦਾ, ਇਕਸੈ ਦੀ ਹੈ ਰੀਤ, ਉਸੇ ਦੀ ਮਰਿਆਦਾ। ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ। ਹਮਰਾ ਕੀਆ ਕਛੂ ਨਾ ਹੋਏ, ਕਰਹਿ ਰਾਮ ਹੋਏ ਹੈ ਸੋਏ। ਦਿਨ ਚੜ੍ਹਨਾ ਰਾਤ ਹੋਣੀ, ਸੂਰਜ ਦਾ ਚੜ੍ਹਨਾ ਛਿਪਣਾ, ਚੰਦਰਮਾ ਦਾ 16 ਕਲਾਂ ਦੇ ਵਿੱਚ ਰਾਸਾਂ ਦੇ ਵਿੱਚ ਜਾਣਾ, ਪਰਿਵਰਤਨ ਹੋਣਾ, ਵਿਚਰਨਾ, ਪਰਲੋ ਆਉਣੀ। ਭਾਵ ਹਰਨ ਭਰਨ ਜਾ ਕਾ ਨੇਤਰ ਫੋਰ। ਇੱਥੋਂ ਤੱਕ ਕਿ ਆ ਸੰਸਾਰ ਨੂੰ ਹਰਨ ਭਰਨ ਜਾ ਕਾ ਨੇਤਰ ਫੋਰ, ਇੱਕ ਪਲ ਦੇ ਵਿੱਚ ਉਹ ਸਾਜ ਦਿੰਦਾ ਹੈ, ਪਲ ਦੇ ਵਿੱਚ ਨਾਸ ਕਰ ਦਿੰਦਾ ਹੈ। ਫਿਰ ਤਿਸ ਕਾ ਮੰਤਰ ਨਾ ਜਾਣੈ ਹੋਰ। ਉਹਦਾ ਮੰਤਰ ਜਿਹੜਾ, ਸ਼ਕਤੀ ਕਿਹੜੀ ਹੈ ਉਹਦੀ, ਕਿਹੋ ਜਿਹੇ ਉਹਦੇ ਕੋਲ ਜੰਤਰ ਮੰਤਰ ਨੇ, ਉਹ ਤਾਂ ਉਹੀ ਜਾਣਦਾ ਹੈ। ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਥਬ ਸਭ ਥਾਪ ਥਪੈਂਗੇ। ਦਸ਼ਮੇਸ਼ ਪਿਤਾ 10ਵੇਂ ਦੁਆਰ ਵਿੱਚ ਵਚਨ ਕਰਦੇ ਆ, ਜਿੰਨੇ ਵੀ ਜੀਵ ਨੇ ਇੱਕ ਪਲ ਦੇ ਵਿੱਚ ਹੀ ਥਲਾਂ 'ਚ ਜਲਾਂ 'ਚ ਅਸਮਾਨ ਤੇ ਉਹ ਪਲਾਂ ਦੇ ਵਿੱਚ ਹੀ ਸਾਜ ਦਿੰਦਾ ਹੈ, ਨਾਸ ਕਰ ਦਿੰਦਾ ਹੈ। ਏਕ ਹੈ ਫਿਰ ਏਕ ਹੈ, ਅਨੇਕ ਹੈ ਫਿਰ ਏਕ ਹੈ। ਇੱਕ ਤੋਂ ਅਨੇਕਾਂ ਬਣਾ ਦਿੰਦਾ, ਅਨੇਕਾਂ ਤੋਂ ਇੱਕ ਬਣਾ ਦਿੰਦਾ। ਇਕਸੈ ਦੀ ਹੈ ਰੀਤ, ਉਹ ਇੱਕ ਦੀ ਮਰਿਆਦਾ ਹੈ ਸਭ ਕੁਛ। ਇਕ ਸਿਉ ਮਨ ਮਾਨਿਆ, ਤਾਂ ਹੋਆ ਨਿਚਲ ਚੀਤ। ਭਾਈ ਜਦੋਂ ਇੱਕ ਵਾਹਿਗੁਰੂ ਦੇ ਨਾਲ ਮਨ ਮੰਨ ਗਿਆ, ਤਾਂ ਫਿਰ ਇਹ ਚਿੱਤ ਜਿਹੜਾ ਨਾ ਜੀ, ਨਿਚਲ ਕਹੀਏ ਅਚਲ ਹੋ ਜਾਏਗਾ। ਤਾਂ ਹੋਆ ਨਿਚਲ ਚੀਤ, ਇਹ ਚਿੱਤ ਜਿਹੜਾ ਜੀ ਅਚਲ ਹੋ ਜਾਣਾ, ਖੜ ਜਾਣਾ। ਹੁਣ ਕਿੱਥੇ ਤਾਂ ਸਾਡਾ ਮਨ ਚੰਚਲ ਹੈ, ਚਿੱਤ ਚੰਚਲ ਹੈ।
ਬਿਰਤੀਆਂ ਲਹਿਰਾਂ ਜਿਹੜੀਆਂ ਨੇ ਅੰਦਰ ਉੱਠਦੀਆਂ ਨੇ। ਕਦੇ ਕੁਝ ਬੰਦਾ ਸੋਚਦਾ, ਕਦੇ ਕਿਤੇ ਕਦੇ ਕਿਤੇ। ਸਕਿੰਟਾਂ ਦੇ ਹਿਸਾਬ ਨਾਲ ਬੰਦੇ ਦੀ ਬਿਰਤੀ ਆਉਂਦੀ ਜਾਂਦੀ ਹੈ, ਖਿਆਲਾਤ ਜਿਹੜੇ ਆ ਚਿੱਤ ਦੇ ਵਿੱਚ। ਜਦੋਂ ਇੱਕ ਦੇ ਨਾਲ ਮਨ ਮੰਨ ਗਿਆ, ਜੁੜ ਗਿਆ ਨਾ ਜੀ ਇੱਕ ਦੇ ਨਾਲ, ਤਾਂ ਚਿੱਤ ਨੇ ਖੜ ਜਾਣਾ ਜੀ, ਠਹਿਰਾਵ ਦੇ ਵਿੱਚ ਆ ਜਾਏਗਾ। ਇੱਕ ਪਾਣੀ ਹਿੱਲ ਰਿਹਾ ਹੁੰਦਾ, ਲਹਿਰਾਂ ਉੱਠਦੀਆਂ ਨੇ, ਫਿਰ ਇੱਕ ਪਾਣੀ ਖੜ ਜਾਂਦਾ ਜੀ, ਟਿਕ ਗਿਆ। ਇਸੇ ਤਰ੍ਹਾਂ ਅੰਦਰ ਟਿਕਾ ਆਉਣਾ ਇੱਕ ਬਾਣੀ ਨਾਲ ਹੀ ਆਉਣਾ, ਇੱਕ ਨਾਮ ਨਾਲ ਹੀ ਆਉਣਾ, ਇੱਕ ਦੇ ਨਾਲ ਜੋੜ ਕਰਕੇ ਆਏਗਾ। ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਉਹ ਗੁਰਮੁਖ ਜਨ ਜਿਹੜੇ ਆ ਸੱਚ ਖਾਣਾ ਕਹੀਏ, ਸੱਚੇ ਨਾਮ ਦਾ ਮੰਨਣਾ ਕਰਨਾ ਹੀ ਖਾਣਾ ਖਾਂਦੇ ਨੇ। ਜੋ ਵਿਚਾਰ ਆਪਾਂ ਕੀਤੀ ਹੈ, ਆਰੰਭ ਰੂਹ ਦੀ ਖੁਰਾਕ, ਰੂਹ ਦੀ ਖੁਰਾਕ ਦਾ ਸੱਚ ਭੋਜਨ ਜਿਹੜਾ ਨਾ, ਸੱਚ ਦਾ ਭੋਜਨ, ਨਾਮ ਬਾਣੀ ਦਾ, ਇਹ ਕਿਸੇ ਕਿਸੇ ਨੂੰ ਸਮਝ ਆਉਂਦੀ ਹੈ ਗੱਲ ਸੱਚ ਦੇ ਭੋਜਨ ਦੀ। ਸੱਚ ਖਾਣਾ ਤੇ ਸੱਚ ਪਹਿਨਣਾ। ਉਹ ਕਹਿੰਦੇ ਸੱਚੇ ਨਾਮ ਦਾ ਮੰਨਣਾ ਕਰਨਾ ਹੀ ਸੱਚ ਦਾ ਖਾਣਾ ਖਾਣਾ। ਪਹਿਨਣਾ ਕੀ ਇਹ ਸੱਚੇ ਨਾਮ ਦਾ ਸਰਵਣ ਕਰਨਾ ਹੀ ਪਹਿਨਣਾ। ਬਾਣੀ ਸੁਣਨੀ, ਨਾਮ ਸੁਣਨਾ। ਹਰ ਜਸ ਲਿਖਾ ਹਰ ਗੁਣ ਰਵਾ, ਅੰਦਰ ਉਕਰੇ ਜਾਣਾ। ਗੁਰੂ ਦੇ ਸ਼ਬਦ ਦੇ ਬਚਨ ਜਿਹੜੇ ਆ ਹਿਰਦੇ ਤੇ ਅੰਦਰ ਉਕਰੇ ਜਾਣ। ਇੱਕ ਹੁੰਦਾ ਲਿਖਣਾ, ਇੱਕ ਹੁੰਦਾ ਉਕਰਨਾ, ਖੁਣਨਾ। ਪੱਥਰਾਂ ਤੇ ਜਿਹੜਾ ਆਪਾਂ ਲਿਖਿਆ ਵੇਖਣਾ ਜੀ, ਉਹ ਖੁਣਿਆ ਹੁੰਦਾ, ਅਸਲ ਦੇ ਵਿੱਚ ਉਕਰਿਆ ਹੁੰਦਾ ਮਸ਼ੀਨ ਦੇ ਨਾਲ। ਅੱਖਰ ਉਕਰੇ ਹੁੰਦੇ ਹਨ, ਉਹ ਫਿਰ ਮਿਟਦੇ ਨਹੀਂ ਛੇਤੀ। ਪੱਥਰ ਟੁੱਟ ਜਾਂਦਾ, ਅੱਖਰ ਏਦਾਂ ਹੀ ਰਹਿੰਦੇ ਆ। ਤੋੜ ਕੇ ਵੀ ਬੰਦਾ ਜ਼ੋਰ ਲਾ ਲੈਂਦਾ, ਉਹ ਮਿਟਦੇ ਨਹੀਂ, ਕਿਉਂਕਿ ਉਹ ਵਿੱਚ ਖੁਣੇ ਹੁੰਦੇ ਆ, ਵਿੱਚ। ਅੱਜ ਮੈਂ ਮਸ਼ੀਨਾਂ ਜੀਆਂ ਨਾਲ ਆਪਾਂ ਨਾਉ ਨਹੀਂ ਪਵਾ ਲੈਂਦੇ ਹੱਥਾਂ ਤੇ, ਟੈਟੂ ਟੂਟੂ ਜੇ ਪਾਉਂਦੇ ਅੱਜ ਕੱਲ੍ਹ ਦੇ ਬੱਚੇ, ਉਹ ਮਾਸ ਦੇ ਵਿੱਚ ਖੁਣੇ ਜਾਂਦੀ ਹੈ ਉਹ ਚੀਜ਼। ਏਦਾਂ ਉਹ ਦੁਨਿਆਵੀ ਖੇਡ ਹੈ। ਉਹ ਕਹਿੰਦੇ ਸੱਚੇ ਨਾਮ ਦਾ ਸੁਣਨਾ ਸਰਵਣ ਕਰਨਾ ਹੀ ਪਹਿਨਣਾ ਹੈ। ਉਹਨਾਂ ਗੁਰਮੁਖਾਂ ਦਾ ਸੱਚ ਖਾਣਾ ਕਹੀਏ, ਭੋਜਨ ਕਰਨਾ ਵੀ ਸੱਚਾ ਹੈ ਤੇ ਪਹਿਨਣਾ ਵੀ ਸੱਚਾ ਹੈ। ਪਹਿਨਣਾ ਵੀ ਉਹਨਾਂ ਦਾ ਜੀਵਨ ਜਿਹੜਾ ਹੈ ਪ੍ਰੇਮੀਓ ਸੱਚ ਤੇ ਆਧਾਰਿਤ ਹੋ ਜਾਂਦਾ ਹੈ। ਮਹਾਰਾਜ ਸਮਝਾ ਰਹੇ ਆ, ਜਿਨ੍ਹਾਂ ਨੇ ਸੱਚ ਸਰੂਪ ਪਰਮੇਸ਼ਰ ਦੀ ਓਟ ਲੈਣਾ ਕੀਤੀ ਹੈ ਨਾ ਜੀ, ਟੇਕ ਨਾਨਕ ਸੱਚ ਕੀਤ। ਜਿਨ੍ਹਾਂ ਨੇ ਇੱਕ ਸੱਚੇ ਨਾਮ ਦੀ ਓਟ ਲਈ ਹੈ ਦੁਨੀਆ ਦੇ ਸਹਾਰੇ ਛੱਡ ਕੇ, ਉਹਨਾਂ ਦਾ ਸੱਚ ਹੀ ਖਾਣਾ ਹੈ, ਸੱਚ ਹੀ ਪਹਿਨਣਾ ਹੈ। ਸੋ ਇਸ ਕਰਕੇ ਪ੍ਰੇਮੀਓ ਸੱਚ ਤੇ ਜੀਵਨ ਜਿਉਈਏ, ਜ਼ਿੰਦਗੀ ਨੂੰ ਸੱਚ ਤੇ ਆਧਾਰਿਤ ਕਰੀਏ। ਜੇ ਉਹਦੀ ਨਜ਼ਰ ਦੇ ਵਿੱਚ ਕੋਈ ਕੀਮਤ